ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਤਾਜ਼ਾ ਹਾਲਾਤ। ਸਭ ਤੋਂ ਪਹਿਲਾਂ ਰੁੱਖ ਅੰਨਦਾਤੇ ਦੀ ਵੱਲ ਕਰਦੇ ਹਾਂ। ਮੀਂਹ ਹਨੇਰੀ ਦੇ ਵਿੱਚ ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਲਗਾਤਾਰ ਮੀਟਿੰਗਾਂ ਵੀ ਜਾਰੀ ਰੱਖਦੇ ਜਾ ਰਹੇ ਨੇ। ਬੀਤੇ ਦਿਨੀ ਹੋਈ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੱਖਰਾ ਤੇ ਅਹਿਮ ਐਲਾਨ ਕਰ ਦਿੱਤਾ ਹੈ, ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਐਲਾਨ ਹੈ ਕਿ 14 ਦਸੰਬਰ ਤੋਂ ਕਿਸਾਨ ਆਗੂ ਹੁਣ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲੱਗੀਆਂ ਸਟੇਜਾਂ ਤੇ ਹੀ ਭੁੱਖ ਹੜਤਾਲ ਕਰਨਗੇ। ਭੁੱਖ ਹੜਤਾਲ 14 ਦਸੰਬਰ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾਣੀ ਹੈ। ਦੱਸਦੇ ਕਿ ਇਸ ਦੇ ਨਾਲ ਹੀ ਕਿਸਾਨ ਆਗੂ ਗੁਰਨਾਮ ਸਿੰਘ ਨੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਪੰਜਾਬ ਜਾਂ ਹੋਰ ਬਾਰਡਰਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਨਾ ਰੋਕਿਆ ਜਾਵੇ, ਨਹੀਂ ਤਾਂ ਮਜਬੂਰਨ ਉਹੀ ਰੋਡ ਬਲੌਕ ਕਰਨੇ ਪੈ ਜਾਣਗੇ ਜਿੱਥੋਂ ਕਿਸਾਨਾਂ ਨੂੰ ਰੋਕਿਆ ਜਾਵੇਗਾ। ਸੋ ਇਸ ਕਰਕੇ ਜੇਕਰ ਪਿਛਲੇ ਰੋਡ ਵੀ ਬਲੌਕ ਹੁੰਦੇ ਨੇ ਤਾਂ ਇਹ ਪ੍ਰਸ਼ਾਸਨ ਦੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਸੋ ਇਸ ਕਰਕੇ ਕਿਸਾਨ ਜੇਕਰ ਦਿੱਲੀ ਆ ਰਹੇ ਨੇ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਆਉਣ ਦਿੱਤਾ ਜਾਣਾ ਚਾਹੀਦਾ ਹੈ। ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ 12 ਦਸੰਬਰ ਨੂੰ ਪੂਰੇ ਮੁਲਕ ਦੇ ਵਿੱਚ ਕੌਮੀ ਪੱਧਰ ਦੇ ਉੱਤੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਵਾਉਣ ਦੀ ਲਈ ਗੱਲ ਆਖੀ ਗਈ ਸੀ, ਜਿਸ ਦਾ ਅਸਰ ਪੂਰੇ ਭਾਰਤ ਦੇ ਵਿੱਚ ਵੇਖਣ ਨੂੰ ਮਿਲਿਆ। ਭਾਰਤ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ 2 ਤੋਂ 2.5 ਮਹੀਨਿਆਂ ਤੋਂ ਹੀ ਟੋਲ ਪਲਾਜ਼ੇ ਬੰਦ ਨੇ। ਉਹਨਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਅਤੇ ਮੋਰਚੇ ਪੱਕੇ ਗੱਡੇ ਗਏ ਨੇ। ਪਰ ਜੇਕਰ ਭਾਰਤ ਦੇ ਬਾਕੀ ਹਿੱਸਿਆਂ ਦੀ ਗੱਲ ਕਰੀਏ ਤਾਂ ਟੋਲ ਪਲਾਜ਼ੇ ਫ੍ਰੀ ਹੋਣ ਦਾ ਕਾਫੀ ਜਗ੍ਹਾ ਦੇ ਉੱਤੇ ਅਸਰ ਵੇਖਣ ਨੂੰ ਮਿਲਿਆ। ਚੰਡੀਗੜ੍ਹ ਸ਼ਿਮਲਾ ਹਾਈਵੇ ਦੀ ਗੱਲ ਕਰੀਏ ਤਾਂ ਇਸ ਹਾਈਵੇ ਨੂੰ ਵੀ ਕਿਸਾਨਾਂ ਦੇ ਵੱਲੋਂ ਮੁਫਤ ਕਰਵਾ ਦਿੱਤਾ ਗਿਆ ਸੀ, ਭਾਵ ਕਿ ਆਉਣ ਜਾਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਸੀ, ਪਰ ਟੋਲ ਪਲਾਜ਼ਿਆਂ ਦੇ ਉੱਤੇ ਵਸੂਲੀ ਬੰਦ ਕਰਵਾ ਦਿੱਤੀ ਗਈ ਸੀ। ਇਹ ਤਸਵੀਰਾਂ ਸ਼ਿਮਲਾ ਚੰਡੀਗੜ੍ਹ ਹਾਈਵੇ ਦੀਆਂ ਨੇ, ਜਿੱਥੋਂ ਲੋਕ ਬਿਨਾਂ ਕਿਸੇ ਪਰਚੀ ਤੋਂ ਗੁਜ਼ਰ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉੱਥੇ ਹੀ ਆਪਣਾ ਪ੍ਰਸ਼ਾਦਾ ਪਾਣੀ ਛਕ ਕੇ ਇਸ ਪ੍ਰਦਰਸ਼ਨ ਨੂੰ ਸਫਲ ਬਣਾਇਆ ਹੈ। 26 ਅਤੇ 27 ਨਵੰਬਰ ਦੇ 2 ਦਿਨ ਅਜਿਹੇ ਸਨ ਜਦੋਂ ਕਿਸਾਨਾਂ ਦੇ ਉੱਤੇ ਅੰਨਾ ਅਤਿਆਚਾਰ ਹੋਇਆ। ਗੱਲ ਕਰੀਏ ਤਾਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਕਿਸਾਨਾਂ ਦੇ ਉੱਤੇ ਪਾਣੀ ਦੀਆਂ ਤੇਜ਼ ਬੁਛਾੜਾਂ ਕੀਤੀਆਂ ਗਈਆਂ, ਮਿੱਟੀ ਦੇ ਵੱਡੇ ਪਹਾੜ ਲਗਾ ਕੇ ਸੀਮੈਂਟ ਦੀਆਂ ਭਾਰੀਆਂ ਰੋਕਾਂ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇੱਥੇ ਤੱਕ ਕਿ ਪਾਬੰਦੀਸ਼ੁਦਾ ਕੰਡਿਆਲੀ ਤਾਰ ਦੀ ਵਰਤੋਂ ਵੀ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ, ਪਰ ਫਿਰ ਵੀ ਕਿਸਾਨਾਂ ਨੂੰ ਹਰਿਆਣਾ ਸਰਕਾਰ ਦੀਆਂ ਰੋਕਾਂ ਨਹੀਂ ਸੀ ਰੋਕ ਸਕੀਆਂ। ਇੱਕ ਵਾਰ ਫਿਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਖਨੌਰੀ ਦੇ ਵਿੱਚ ਕਿਸਾਨਾਂ ਨੂੰ ਫਿਰ ਤੋਂ ਦਿੱਲੀ ਦੇ ਵੱਲ ਕੂਚ ਕਰਨ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਨੇ ਵੱਡੇ ਪੱਥਰਾਂ ਦੇ ਬੈਰੀਗੇਡ ਉਹਨਾਂ ਦੇ ਮੂਹਰੇ ਰੱਖੇ ਨੇ, ਜਿਨ੍ਹਾਂ ਨੂੰ ਕਿਸਾਨਾਂ ਨੇ ਕੁਝ ਹੀ ਮਿੰਟਾਂ ਦੇ ਵਿੱਚ ਰੋੜ ਕੇ ਸੜਕ ਤੋਂ ਪਾਸੇ ਕਰ ਦਿੱਤਾ ਅਤੇ ਬਾਅਦ ਦਸਤੂਰ ਜਿਸ ਤਰ੍ਹਾਂ ਉਹ ਪਿੱਛੋਂ ਤੁਰੇ ਸੀ ਉਸੇ ਤਰ੍ਹਾਂ ਦਿੱਲੀ ਦੇ ਵੱਲ ਕੂਚ ਕਰ ਗਏ। ਅੱਜ ਸਵੇਰੇ ਸਾਡੀ ਹਰਿਆਣਾ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਇੱਕ ਗੰਦੀ ਕਰਤੂਤ ਕੀਤੀ ਗਈ ਹੈ, ਜੋ ਕਿ ਅੱਜ ਟੋਲ ਪਲਾਜ਼ਾ ਜਿਹੜੇ ਹਰਿਆਣੇ ਵਾਲੇ ਸੀ ਉਹ ਫ੍ਰੀ ਕਰਵਾਉਣੇ ਸੀ। ਉਸ ਵਾਸਤੇ ਇਹਨਾਂ ਨੇ ਸਵੇਰੇ ਬੈਰੀਕੇਡਿੰਗ ਕਰ ਦਿੱਤੀ ਤਾਂ ਕਿ ਪੰਜਾਬ ਵੱਲੋਂ ਜਿਹਨੇ ਆਉਣ ਵਾਲੇ ਸੀ ਸਾਰਿਆਂ ਦਾ ਰਸਤਾ ਰੋਕਿਆ ਜਾ ਸਕੇ। ਉਸ ਵਾਸਤੇ ਹੁਣ ਸਾਨੂੰ ਸਵੇਰੇ ਹੀ ਪਤਾ ਲੱਗਿਆ, ਉਸ ਟਾਈਮ ਸਾਰੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਸੀ ਤੇ ਬੈਰੀਕੇਡਿੰਗ ਖੋਲ੍ਹ ਰਹੇ ਹਾਂ। ਪੂਰਾ ਪ੍ਰਸ਼ਾਸਨ ਜਿਹੜਾ ਪਰਲੇ ਪਾਸੇ ਨਾਲ ਖੜਾ ਹੋਇਆ ਉਹ ਅੱਗੇ ਹੁਣ ਜਾ ਰਿਹਾ, ਅਸੀਂ ਰਸਤਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਰਕਾਰ ਵੱਲੋਂ ਬੜੀ ਗੰਦੀ ਨੀਤੀ ਹੈ। ਟੋਲ ਟੈਕਸ ਤੇ ਜਿਹੜਾ ਕੱਟ ਹੋਣਾ ਸੀ ਨਾ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਇਹ ਬੈਰੀਕੇਡ ਲਾਏ ਨੇ ਵੀ ਉੱਥੇ ਲੋਕ ਨਾ ਇਕੱਠੇ ਹੋਣ। ਇਹ ਹਰਿਆਣਾ ਤੇ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਇਹ ਟੋਲ ਪਲਾਜ਼ਾ ਤੋੜਿਆ ਗਿਆ ਹੈ, ਜੋ ਪੱਥਰ ਹਟਾਏ ਗਏ ਨੇ, ਇਹ ਸਾਰਾ ਰਸਤਾ ਸਾਫ਼ ਕਰਤਾ। ਅੱਜ ਅਸੀਂ ਸਾਰੇ ਕਿਸਾਨ ਟੋਲ ਟੈਕਸ ਹਰਿਆਣੇ ਦੇ ਅੰਦਰ ਫ੍ਰੀ ਕਰਾਂਗੇ। ਸਾਡੇ ਇਹ ਰੋਕਣ ਵਾਸਤੇ ਹੀ ਹੈ, ਜੋ ਪੁਲਿਸ ਇਸ ਚੀਜ਼ ਨੂੰ ਰੋਕਣ ਵਾਸਤੇ ਹੀ ਹੈ, ਪਰ ਪੁਲਿਸ ਤੇ ਹੁਣ ਸਾਡੇ ਤੋਂ ਜਦੋਂ ਪਬਲਿਕ ਆਈ ਹੈ ਪਿੱਛੇ ਹਟ ਗਈ ਹੈ ਤੇ ਪਬਲਿਕ ਨੇ ਸਾਰਾ ਰਸਤਾ ਖੋਲ੍ਹ ਦਿੱਤਾ ਹੈ। ਹੁਣ ਅਸੀਂ ਸਾਰੇ ਇਕੱਠੇ ਹੋ ਕੇ ਟੋਲ ਪਲਾਜ਼ਿਆਂ ਤੇ ਜਾ ਰਹੇ ਹਾਂ, ਜੋ ਕਿ ਟੋਲ ਪਲਾਜ਼ੇ ਅਸੀਂ ਅੱਜ ਬੰਦ ਕਰੋ। ਸਾਰੇ ਹਰਿਆਣੇ ਦੇ ਟੋਲ ਪਲਾਜ਼ੇ ਹਰਿਆਣੇ ਦੇ ਅੱਜ ਸਾਰੇ ਬੰਦ ਕਰਨਾ। ਜਿਵੇਂ ਕਿਸਾਨੀ ਆਗੂਆਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਤੇਜ਼ ਕੀਤਾ ਜਾ ਰਿਹਾ, ਉਵੇਂ ਕੇਂਦਰ ਸਰਕਾਰ ਦੀ ਵਿੱਚ ਵੀ ਹਲਵਲੀ ਤੇਜ਼ ਹੁੰਦੀ ਜਾ ਰਹੀ ਹੈ। ਕੇਂਦਰੀ ਮੰਤਰੀਆਂ ਦੇ ਵੱਲੋਂ ਲਗਾਤਾਰ ਕਦੇ ਗ੍ਰਹਿ ਮੰਤਰੀ ਦੇ ਨਾਲ ਬੈਠਕ ਕੀਤੀ ਜਾਂਦੀ ਹੈ, ਕਦੇ ਵੱਖ ਮੰਤਰੀਆਂ ਦੀ ਆਪਸ ਦੇ ਵਿੱਚ ਬੈਠਕ ਹੁੰਦੀ ਹੈ ਤੇ ਕਦੇ ਪੰਜਾਬ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ। ਬੀਤੀ ਰਾਤ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਪੰਜਾਬ ਦੇ ਭਾਜਪਾ ਆਗੂਆਂ ਦੀ ਬੈਠਕ ਹੋਈ ਹੈ, ਜਿਸ ਬੈਠਕ ਦੇ ਵਿੱਚ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਲ ਰਹੇ ਨੇ, ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਉਮੀਦ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅਹਿਮ ਚਰਚਾ ਕੀਤੀ ਹੋਵੇਗੀ। ਇੱਥੇ ਵੀ ਗੱਲ ਅਹਿਮ ਹੈ ਕਿ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਵੀ
ਸੁਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਬੈਠਕ ਹੋਈ ਹੈ। ਉਸ ਤੋਂ ਬਾਅਦ ਵੱਖ-ਵੱਖ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ 28 ਤੋਂ 40 ਘੰਟਿਆਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਲਈ ਬਹੁਤ ਵੱਡੇ ਫੈਸਲੇ ਕੇਂਦਰ ਸਰਕਾਰ ਕਰ ਸਕਦੀ ਹੈ। ਉਮੀਦ ਹੈ ਕਿ ਲਗਾਤਾਰ ਹੋ ਰਹੀਆਂ ਨਾ ਮੀਟਿੰਗਾਂ ਦਾ ਕੋਈ ਸਾਰਥਕ ਨਤੀਜਾ ਨਿਕਲੇਗਾ ਤੇ ਅੰਨਦਾਤੇ ਦੇ ਸੰਘਰਸ਼ ਦੇ ਵਿੱਚ ਅੰਨਦਾਤਾ ਜਿੱਤ ਪ੍ਰਾਪਤ ਕਰਕੇ ਫਿਰ ਵਾਪਸ ਘਰ ਪਰਤੇਗਾ। ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਕਿਉਂਕਿ ਇਹ ਅੰਨਦਾਤਾ ਪੂਰੇ ਮੁਲਕ ਦਾ ਮਿਹਨਤ ਕਰਕੇ ਢਿੱਡ ਭਰਦਾ ਹੈ। ਦਿਨ ਰਾਤ ਫਸਲਾਂ ਦੀ ਰਖਵਾਲੀ ਕਰਨ ਤੋਂ ਬਾਅਦ ਇਹ ਪੂਰੇ ਮੁਲਕ ਦਾ ਢਿੱਡ ਭਰਨ ਦੇ ਯੋਗ ਹੁੰਦਾ ਹੈ। ਪਰ ਜਦੋਂ ਤੋਂ ਇਸ ਅੰਨਦਾਤੇ ਦਾ ਸੰਘਰਸ਼ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਿਸਾਨ ਇੱਥੇ ਬਹੁਤਾ ਸਮਾਂ ਨਹੀਂ ਰਹਿ ਸਕਣਗੇ ਤੇ ਉਹਨਾਂ ਨੂੰ ਖਾਣ ਪੀਣ ਦੀ ਵੱਡੀ ਦਿੱਕਤ ਆਵੇਗੀ। ਪਰ ਜੋ ਮੌਜੂਦਾ ਹਾਲਾਤ ਨੇ ਉਹਨਾਂ ਨੇ ਸਾਰੇ ਸਿਨੈਰੀਓ ਹੀ ਬਦਲ ਕੇ ਰੱਖ ਦਿੱਤੇ। ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ 24 ਘੰਟੇ ਗੁਰੂ ਦਾ ਲੰਗਰ ਚੱਲਦਾ ਹੈ, ਭਾਵ ਕਿ ਪ੍ਰਮਾਤਮਾ ਦੀ ਮਿਹਰ ਉੱਥੇ 24 ਘੰਟੇ ਵਰਤਦੀ ਹੈ ਤੇ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਹਰ ਕਿਸਮ ਦਾ ਲੰਗਰ ਤੁਹਾਨੂੰ ਮਿਲ ਜਾਵੇਗਾ। ਜੇਕਰ ਤੁਸੀਂ ਪ੍ਰਦਰਸ਼ਨ ਦੇ ਵਿੱਚੋਂ ਤੁਰ ਕੇ ਪੈਦਲ ਜਾਂਦੇ ਹੋ ਤਾਂ ਤਕਰੀਬਨ 12 ਤੋਂ 13 ਕਿਲੋਮੀਟਰ ਤੱਕ ਤੁਹਾਨੂੰ ਲੰਗਰ ਹੀ ਲੰਗਰ ਨਜ਼ਰ ਆਉਣਗੇ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਅਤੇ ਇਸ ਮੌਕੇ ਦੇ ਉੱਤੇ ਲੰਗਰ ਲਾ ਕੇ ਬੈਠੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਪ੍ਰਦਰਸ਼ਨ ਚੱਲੇਗਾ ਉਦੋਂ ਤੱਕ ਇਸੇ ਤਰ੍ਹਾਂ ਬਾਦਸਤੂਰ ਗੁਰੂ ਦੀ ਇਹ ਮਿਹਰ ਚੱਲਦੀ ਰਹੇਗੀ। जो पंजाब से ट्रैक्टर हैं वो अरदास करके दरबार साहब से तुरे हुए हैं। 500 क्या 500 से ज़्यादा ट्रैक्टर तुरा हुआ है पंजाब से। हाँ जी हाँ, वो तुरा हुआ है अरदास करके दरबार साहब से। आज शाम तक यहाँ पहुँच जाएगा। हम भारत के जितने भी टोल प्लाजे हैं वो काल से ही आज से फ्री कर देंगे और जो के पंप हैं उनको भी बंद रखेंगे। जो इनके मॉल हैं के उनको भी बंद रखेंगे जितनी देर प्रधानमंत्री तिन्ने जो कानून हैं ये और जो दो पराली वाला आर्डिनेंस है ये बिल्कुल रद्द नहीं करते। पार्लियामेंट का सेशन बुला के उतनी देर तक हमारा संघर्ष है जो जारी रहेगा और संघर्ष तेज होगा उतनी देर तक हम वापस नहीं जाएंगे। हम ये चाहते हैं कि ये जो आंदोलन है सिर्फ किसानों के लिए नहीं है, ये आम आदमी के लिए है। इंडिया में देख लीजिए आप, पानी की बोतल भी 20 रुपए की मिलती है, जो कि जहाँ मर्जी दो पानी एक पिलाना एक सबसे बड़ा पुण्य है, वो भी 20 रुपये है। तो जब किसानों पे कब्जा हो जाएगा या खेती पे कब्जा हो जाएगा कोई भी कारपोरेट घरानों का, तो हमारी इंडियन आम आदमी तो भूखा ही मर जाएगा। हम ये चाहते हैं कि हर आदमी ये समझे और शांत में बिल्कुल पीसफुली इस प्रोटेस्ट में हिस्सा ले और इनका साथ दे ताकि ये सक्सेसफुल हो और आम दुनिया को, आम जनता को इसका फ़ायदा हो। हमारे पास पूरी मेडिसिन है जी, कोई ऐसी दिक्कत अभी कोई मेजर दिक्कत आई नहीं है। परसों एक एमरजेंसी आई थी, हमने उसे अपने हॉस्पिटल में जाके पूरा ट्रीटमेंट करके हमने उसको वापस छोड़ा है। बाकी ये पंजाब के शेर हैं, पूरे वर्ल्ड के शेर हैं, जहाँ कोई धर्म की बात नहीं है, सभी धर्म सभी इकट्ठे हैं, जो जीत के जाएंगे। ਅਸੀਂ ਤਕਰੀਬਨ 2.5 ਮਹੀਨਿਆਂ ਤੋਂ ਇਸ ਸੰਘਰਸ਼ ਦੇ ਵਿੱਚ ਚੱਲੇ ਆਉਂਦੇ ਆ, ਕਿਉਂਕਿ ਪਹਿਲਾਂ ਅਸੀਂ ਪੰਜਾਬ ਵਿੱਚ 2 ਮਹੀਨੇ ਤੋਂ ਸੜਕਾਂ ਦੇ ਉੱਤੇ ਬੈਠੇ ਰਹੇ, ਪਰ ਇਸ ਬੋਲੀ ਸਰਕਾਰ ਦੇ ਕੰਨਾਂ ਵਿੱਚ ਜੂੰ ਨਹੀਂ ਸਰਕੀ ਅਤੇ ਸਾਨੂੰ ਇੱਥੇ 17ਵਾਂ ਦਿਨ ਹੈ ਅੱਜ ਇੱਥੇ ਦਿੱਲੀ ਘੇਰੀ ਹੋਈ ਨੂੰ। ਸੋ ਅਸੀਂ ਇੱਥੇ ਵੀ ਅਣਮਿੱਥੇ ਸਮੇਂ ਤੱਕ ਅਸੀਂ ਇੱਥੇ ਪੂਰੀਆਂ ਤਿਆਰੀਆਂ ਕਰਕੇ ਆ ਗਏ ਆ ਕਿ ਜਿੰਨਾ ਦੇਰ ਇਹ ਸਰਕਾਰ ਇਹਨਾਂ ਬਿੱਲਾਂ ਨੂੰ, ਇਹਨਾਂ ਆਰਡੀਨੈਂਸਾਂ ਨੂੰ ਰੱਦ ਨਹੀਂ ਕਰ ਦਿੰਦੇ ਉਹਨਾਂ ਦੇ ਸਾਡਾ ਹਜੂਮ ਤਾਂ ਪਿੱਛੋਂ ਚੱਲੀ ਆਉਣਾ। ਹੁਣ ਤਾਂ ਅਸੀਂ ਇਹ ਵੀ ਆਵੇ ਬਾਰੀਆਂ ਵੀ ਬੰਨ ਲਵਾਂਗੇ ਲੇਕਿਨ ਇੱਥੋਂ ਹਿੱਲਾਂਗੇ ਨਹੀਂ, ਭਾਵੇਂ 6 ਮਹੀਨੇ ਭਾਵੇਂ ਸਾਲ ਵੀ ਲੱਗ ਜਾਵੇ। ਇਹ ਥਾਂ ਕਿੰਨਾ ਕੀਮਤੀ ਹੈ ਇਹ ਸਾਨੂੰ ਮਿਲਿਆ ਆ। ਸਾਡੀਆਂ ਟਰਾਲੀਆਂ ਸਾਡੇ ਘਰ ਬਣ ਗਏ ਆ, ਸੋ ਨਹਾਉਣ ਧੋਣ ਲਈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਘਰਾਂ ਵਿੱਚ ਅਸੀਂ ਕਣਕਾਂ ਬੀਜ ਕੇ ਆਏ ਆ, ਹੁਣ ਕਣਕਾਂ ਚੱਕਣ ਲਈ ਚਲੇ ਜਾਵਾਂਗੇ ਲੇਕਿਨ ਹੁਣ ਸਾਡੇ ਕੰਮ ਹੋਈ ਜਾਂਦੇ ਆ। ਅਸੀਂ ਮੋਦੀ ਸਰਕਾਰ ਨੂੰ ਬਿਲਕੁਲ ਇਹ ਰੱਦ ਕਰਾ ਕੇ ਜਾਵਾਂਗੇ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਪੰਜਾਬ ਦੇ ਸੰਸਦਾਂ ਅਤੇ ਵਿਧਾਇਕਾਂ ਦਾ ਧਰਨਾ ਪ੍ਰਦਰਸ਼ਨ ਵੀ ਲਗਾਤਾਰ ਜਾਰੀ ਹੈ। ਇਸ ਪ੍ਰਦਰਸ਼ਨ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਨੇ। ਇਸ ਮੌਕੇ ਦੇ ਉੱਤੇ ਉਹਨਾਂ ਨੇ ਭਾਜਪਾ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਿਸਾਨ ਭਲਾ ਕਰਵਾਉਣਾ ਨਹੀਂ ਚਾਹੁੰਦੇ ਤਾਂ ਧੱਕੇ ਦੇ ਨਾਲ ਭਾਜਪਾ ਭਲਾ ਕਿਉਂ ਕਰ ਰਹੀ ਹੈ। क्यों नहीं वापस लेने मैं पूछना चाहना सरकार तो एडी केड़ी जिद है। देखो लोकतंत्र के अंदर अहंकार, अगर शासकों के अंदर अहंकार आ जाए फिर लोकतंत्र नहीं रहिंदा, फिर तानाशाही बन जाती है। आ वोटां दी सरकार है, लोगों की सरकार है, तानाशाही सरकार नहीं। उस भावना नूं बिल्डिंगां तुसीं 1000 करोड़ की पार्लीमेंट की बनाई जाते हो,
ਤੇ ਪਾਰਲੀਮੈਂਟ 'ਚ ਜਿਹੜਾ ਕੰਮ ਹੋਣਾ ਚਾਹੀਦਾ, ਪਾਰਲੀਮੈਂਟ ਦਾ ਸੈਸ਼ਨ ਬੁਲਾਉਣ ਵਾਸਤੇ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਰਾਤਾਂ ਨੂੰ ਇੱਥੇ ਠੰਡ ਦੇ ਅੰਦਰ ਬਾਹਰ ਸੁੱਤੇ ਪਏ ਹੈ, ਕਿਸਾਨਾਂ ਦੇ ਨਾਲ ਉਹਨਾਂ ਦੇ ਨਾਲ ਸਹਿਮਤ ਹੋ ਕੇ ਇੱਥੇ ਬੈਠੇ ਹੈ। ਤੇ ਪਾਰਲੀਮੈਂਟ ਦਾ ਕੰਮ ਪਾਰਲੀਮੈਂਟ 'ਚ ਹੋਣਾ ਚਾਹੀਦਾ। ਵਿਗਿਆਨ ਭਵਨ ਨੂੰ ਇਹਨਾਂ ਨੇ ਪਾਰਲੀਮੈਂਟ ਦਾ ਦਰਜਾ ਦੇਤਾ, ਉੱਥੇ ਬੈਠ ਕੇ ਗੱਲ ਕਰਦੇ ਹੈ। ਹਜ਼ਾਰਾਂ ਕਰੋੜ ਰੁਪਏ ਦੀ ਨਵੀਂ ਬਿਲਡਿੰਗ ਬਣਾ ਰਹੀ ਹੈ। ਮੋਦੀ ਸਾਹਿਬ ਮਨ ਕੀ ਬਾਤ ਸੁਣਾਉਣ ਵਾਸਤੇ ਤਾਂ ਪਾਰਲੀਮੈਂਟ ਦੀ ਲੋੜ ਹੀ ਨਹੀਂ। ਜੇ ਤੁਸੀਂ ਕਰਨੀ ਗੱਲ ਕੀ ਮਨ ਕੀ ਬਾਤ ਹੈ, ਲੋਕਾਂ ਦੀ ਸੁਣਨੀ ਨਹੀਂ, ਆਪੋਜੀਸ਼ਨ ਨੂੰ ਗੱਲ ਹੀ ਨਹੀਂ ਕਰਨੀ, ਫਿਰ ਆਲ ਇੰਡੀਆ ਰੇਡੀਓ ਰੱਖੋ, ਪਾਰਲੀਮੈਂਟ ਦੀ ਤਾਂ ਲੋੜ ਹੀ ਨਹੀਂ। ਆਲ ਇੰਡੀਆ ਰੇਡੀਓ ਦਾ ਨਵਾਂ ਟਰਾਂਸਮੀਟਰ ਲਵਾ ਲਓ ਵੱਡਾ ਜਿਹਾ, ਉਹਦੇ ਨਾਲ ਸਾਰਿਆਂ ਲੋਕਾਂ ਨੂੰ ਸੁਣਾਈ ਜਾਓ ਆਪਣੀ ਮਨ ਦੀ ਬਾਤ। ਮਹੀਨੇ ਦੀ ਲੋੜ ਹੀ ਨਹੀਂ, ਹਫਤੇ ਵਾਲੇ ਦਿਨ ਕਰ ਲਓ, ਹੋਰ ਰੋਜ਼ ਆਥਣੇ ਸੁਣਾ ਦਿਆ ਕਰੋ। ਹੁਣ ਤਾਂ ਨਾਮ ਵੀ ਬਦਲਤਾ, ਕਹਿੰਦੇ ਆਕਾਸ਼ਵਾਣੀ ਦੀ ਜਗ੍ਹਾ PM ਵਾਣੀ ਹੋ ਗਿਆ। ਤੇ ਇਹ ਗੱਲਾਂ ਲੋਕਤੰਤਰ ਦੇ ਅੰਦਰ ਸ਼ੋਭਾ ਨਹੀਂ ਦਿੰਦੀ। MP ਸਾਹਿਬਾਨ ਬੈਠੇ ਹੈ, ਕਿਸਾਨਾਂ ਦੀ ਗੱਲ ਸੁਣੋ, ਕਾਲੇ ਕਾਨੂੰਨ ਵਾਪਸ ਲਓ, ਖੁੱਲ੍ਹ ਕੇ ਚਰਚਾ ਹੋਵੇ, ਆਪਸ 'ਚ ਸਲਾਹ ਮਸ਼ਵਰਾ ਹੋਵੇ। ਸਿਰਫ ਸਾਹੂਕਾਰਾਂ ਦੀ ਨਾ ਸੁਣੋ, किसानों की सुनो, लोगों की सुनो, हिंदुस्तान की सुनो, उसके बाद कोई फैसला लिया जाए। आप मौका क्यों देते हो पीयूष गोयल जी? मेरा सरकार से यही निवेदन है कि आप किसानों की, आप मान रहे हो कि हमने गलत कानून बनाए हो। तोमर साहब ने अंदर मीटिंग के अंदर कहा, बताते हैं जिस तरह किसान जथेबंदियां कह रही हैं कि उन्होंने कहा भी मैं आपको यहाँ से भेज दूंगा तो कल नहीं आ जाएंगे, उनको मैं कैसे मना करूँगा। तो गलती मान रहे हैं तो फिर इसमें शर्म क्या है? ਜਦੋਂ ਕਹਿੰਦੇ ਨੇ ਪੰਜਾਬੀ 'ਚ ਜਿਸ ਤਰ੍ਹਾਂ ਕਹਿੰਦੇ ਹੈ ਵੀ ਜਦੋਂ ਘੁੰਗਰੂ ਬੰਨ ਲਏ ਤੇ ਫਿਰ ਨੱਚਣ ਤੋਂ ਕਾਹਦਾ ਸੰਗ ਹੈ। ਤੇ ਤੁਸੀਂ ਦੱਸੋ ਵੀ ਅਸੀਂ ਗਲਤੀ ਕਰਕੇ ਬੜੱਪਨ ਦਿਖਾਓ ਵੀ ਗਲਤੀ ਹੋ ਗਈ, ਅਸੀਂ ਇਹਨੂੰ ਮਾਫੀ ਦਿਓ। ਲੋਕ ਬੜੇ ਦਿਲਦਾਰ ਹੈ ਪੰਜਾਬ ਦੇ, ਮਾਫ ਵੀ ਕਰ ਦਿਆਂਗੇ। ਇਹ ਤਾਂ ਜਿਹੜੇ ਸਾਡੇ ਜਿਹੜੇ ਤੁਰੇ ਫਿਰਦੇ ਆ ਇਹਨਾਂ ਦੇ ਸਹਿਯੋਗੀ ਸੀਗੇ, ਇਸ ਕਾਲੇ ਕਾਨੂੰਨ ਦੇ ਅੰਦਰ ਲੈ ਕੇ ਆਉਣ ਦੇ ਵਿੱਚ ਅਕਾਲੀ ਬਰਾਬਰ ਦੇ ਭਾਈਵਾਲ ਹੈ, ਬਰਾਬਰ ਦੇ ਦੋਸ਼ੀ ਹੈ। ਕਿਉਂਕਿ ਕਲਮ ਕੱਲਾ इस पार्लीमेंट के अंदर कैबिनेट के अंदर किसानों की नुमाइंदगी करने वाली कोई पार्टी अपने आप को कहती सी अकाली कहती सी। काले कानून बनाए इन्हों की सलाह के नाल, ऑर्डीनेंसिस लैके आए इन्हों की सहमति नाल। आह जो किसानों ने गल च साफा पा लिया, उसके बाद इन्होंने पलटू मारिया, अदरवाइज तो यह बराबर के भागीदार है। उधर आम आदमी पार्टी की यूथ विंग की सह प्रधान नियुक्त की गई अनमोल गगन मान की वलों भी एक प्रैस वार्ता चंडीगढ़ के की गई है। गायक अनमोल गगन मान ने कैप्टन अमरिंदर सिंह के उत्ते तिखे शब्दी वार किए ने ते उन्हां दे कॉर्पोरेट घराणियां दे नाल संबंध होण दीयां गल्लां कीतियां ने। कि कुछ कहना इस मौके ते अनमोल गगन मान दा सुणदे हां। ਇਹ ਰਾਜਨੀਤੀ 73 ਸਾਲਾਂ ਦੀ ਅਸੀਂ ਬਰਦਾਸ਼ਤ ਕਰ ਰਹੇ ਹਾਂ। ਅੱਜ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਪ੍ਰੋਟੈਸਟ ਦਿੱਲੀ ਦੇ ਵਿੱਚ ਹੋ ਰਿਹਾ, ਫਿਰ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਅੱਜ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੇ किसानां दी पिठ उत्ते वार कीता। इस गल दा जवाब की आ, ये सानू दिता जावे। सो अज पंजाब जिहड़े हालातां विचों गुजर रहा, वो गल हुंदी अपने पंजाबियां दी एक कहावत है कि बिल्ले नूं दुध दी राखी ते बिठा दिता। सो कैप्टन अमरिंदर सिंह वो बिल्ला जिन्हां नूं दुध दी राखी ते बिठा दिता। बिल्ला दुध नूं छड्डदा नहीं हुंदा। ते इन्हां दे ये सारे मेरे पत्रकार वीर जाणदे होणगे कि मनप्रीत सिंह बादल ने कहा सी कि जदों कांग्रेस की सरकार आती है तो जिहड़ा बठिंडे का थर्मल प्लांट के विचों धुआं मैं कड्डूंगा। सही गल है जी। थर्मल प्लांट चों इन्हां ने कहा वाइट पेपर असीं अकालियां नूं देवांगे। थर्मल प्लांट चों ते कोई धुआं नहीं निकलिया, पर इन्हां ने किसानां दा धुआं कड्ढता, पंजाब दा धुआं कड्ढता। इन्हां ने कहा मेरा सुपना बठिंडे दे थर्मल प्लांट चों धुआं कड्ढना। कित्थे आ 5 साल पूरे हो गए, तुहाडा सुपना पूरा क्यों नहीं होया अज तक? तुसी धुआं पंजाब दा कड्ढिया, थर्मल प्लांट दा नहीं। तुसी ओ बिल्ले हो जिन्हों दुध दी राखी ते बिठाता। किसान दिल्ली बैठे ने, तुसी पंजाब दे लोकां नाल क्यों नहीं खड़े? कैप्टन साहब क्यों नहीं खड़े? उत्थे 14 दसंबर ਨੂੰ पूरे मुल्क भर ਦੇ ਵਿੱਚ DC ਦਫ਼ਤਰਾਂ ਦਾ ਘਿਰਾਓ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ, ਜਿਸ ਨੂੰ ਲੈ ਕੇ ਹੁਣ ਜ਼ਿਲ੍ਹਾ ਪੱਧਰੀ ਲਾਮਬੰਦੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਗੂਆਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਅਤੇ DC ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਲਾਮਬੰਦੀ ਪੂਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਔਰ ਆਲ ਇੰਡੀਆ ਦੇ ਵਿੱਚ ਜਿਹੜੇ DC ਦਫ਼ਤਰਾਂ ਨੂੰ ਆਪਾਂ ਨੇ ਮੂਹਰੇ ਰੋਸ ਧਰਨੇ ਦੇਣੇ ਹੈ, ਉਹਦੇ ਸੰਬੰਧੀ ਤਿਆਰੀ ਮੀਟਿੰਗ ਹੈ ਸਾਡੀ। ਕਿਉਂਕਿ ਜਿਹੜੀ ਸਾਡੀ ਹਾਈ ਕਮਾਂਡ ਦਾ ਸਾਨੂੰ ਇਹ ਆਦੇਸ਼ ਹੈ ਕਿ ਤੁਸੀਂ 12 ਤਰੀਕ ਨੂੰ ਟੋਲ ਪਲਾਜ਼ੇ ਬੰਦ ਕਰਨੇ ਹੈ, 14 ਤਰੀਕ ਨੂੰ ਸਾਰੇ ਹਿੰਦੁਸਤਾਨ ਦੇ DC ਦਫ਼ਤਰਾਂ ਦੇ ਅੱਗੇ ਰੋਸ ਧਰਨੇ ਦੇਣੇ ਹੈ। ਉਸੇ ਲੜੀ ਦੇ ਤਹਿਤ, ਕਿਉਂਕਿ ਸਾਡੇ ਟੋਲ ਪਲਾਜ਼ੇ ਤਕਰੀਬਨ ਜ਼ਿਲ੍ਹੇ ਰੋਪੜ ਦੇ ਸਾਰੇ ਬੰਦ ਨੇ, ਕੋਈ ਚੱਲਦਾ ਨਹੀਂ ਹੈ। ਅਸੀਂ ਆਲਰੇਡੀ ਬੰਦ ਕੀਤੇ ਹੋਏ ਆ। ਤੇ ਜਿਹੜਾ ਹੈਗਾ 14 ਦਾ ਬੰਦ, 14 ਦਾ ਰੋਸ ਧਰਨਾ ਸਾਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹੈ। ਉਹਦੇ ਲਈ ਅਸੀਂ ਅੱਜ ਤਿਆਰੀ ਮੀਟਿੰਗ ਕਰ ਰਹੇ ਹਾਂ। ਸਾਡੇ ਜਿਹੜੇ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਸਾਰੇ,
ਔਰ ਉਹਦੇ ਲਈ ਅਸੀਂ ਸਾਰਾ ਪ੍ਰੋਗਰਾਮ ਤੈਅ ਕਰਨਾ ਹੈ। ਪਿੰਡਾਂ 'ਚ ਵੀ ਜਾਵਾਂਗੇ, ਪ੍ਰਚਾਰ ਕਰਾਂਗੇ, ਪੇਪਰਾਂ 'ਚ ਵੀ ਆਏਗਾ ਅਤੇ ਉਹਦੇ 'ਚ ਅਸੀਂ ਵੱਧ ਤੋਂ ਵੱਧ ਇਕੱਠ ਕਰਾਂਗੇ। ਔਰ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ 14 ਤਰੀਕ ਨੂੰ 11 ਵਜੇ ਵੱਡੇ ਪੱਧਰ 'ਤੇ ਬਹੁਤ ਵੱਡਾ ਰੋਸ ਧਰਨਾ ਦੇਣਾ ਹੈ। ਅਸੀਂ ਉਹਦੇ ਲਈ ਅੱਜ ਅਸੀਂ ਇੱਥੇ ਮੀਟਿੰਗ ਕਰਕੇ ਸਾਰਾ ਕੁਝ ਤੈਅ ਕਰ ਰਹੇ ਹਾਂ। ਅਸੀਂ 14 ਤਰੀਕ ਨੂੰ ਉੱਥੇ ਬੈਠ ਕੇ ਮਤਲਬ ਬੈਠਣਾ ਹੈ, ਉੱਥੇ ਧਰਨਾ ਦੇਣਾ ਹੈ ਡੀਸੀ ਦਫ਼ਤਰਾਂ ਦੇ ਅੱਗੇ। ਜਿਹੜੇ ਸਾਡੇ ਕਿਸਾਨ ਵਜ਼ੀਰ ਕਚਹਿਰੀਆਂ 'ਚ ਵੀ ਆਉਂਦੇ ਆ ਉਹਨਾਂ ਨੂੰ ਵੀ ਪਤਾ ਲੱਗੇ, ਤਾਂ ਕਿ ਜੋ ਦਿੱਲੀ 'ਚ ਪ੍ਰੋਗਰਾਮ ਚੱਲ ਰਿਹਾ ਇੰਨਾ ਲੋਕਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਉੱਥੇ ਕਿ ਅਸੀਂ ਸੋਚਿਆ ਵੀ ਨਹੀਂ ਤਾਂ ਹੈਗਾ ਵੀ ਜਿਹੜਾ ਹਿੰਦੁਸਤਾਨ ਦੇ ਲੈਵਲ 'ਤੇ ਸਹਿਯੋਗ ਮਿਲ ਰਿਹਾ ਹੈ ਵੀ ਇਹੋ ਜਿਹਾ ਪ੍ਰਮਾਤਮਾ ਨੇ ਅਸੀਂ ਕਦੇ ਜ਼ਿੰਦਗੀ ਸੋਚਿਆ ਹੀ ਨਹੀਂ ਤਾਂ ਹੈਗਾ। ਜਿਹੜੇ 100 ਸਾਲ ਦੇ 80 ਸਾਲ ਦੇ ਬਜ਼ੁਰਗ ਹੈ ਉਹ ਵੀ ਕਹਿੰਦੇ ਅਸੀਂ ਪਹਿਲੀ ਵਾਰੀ ਦੇਖਿਆ ਜਿੰਨਾ ਦਿੱਲੀ 'ਚ ਇਕੱਠ ਹੈ, ਦੇਖਣ ਵਾਲਾ ਇਕੱਠ ਹੈ। ਇਸ ਕਰਕੇ ਅਸੀਂ 14 ਤਰੀਕ ਨੂੰ ਡੀਸੀ ਹਾਊਸ ਦੇ ਮੂਹਰੇ ਬੈਠ ਕੇ ਹਰੇਕ ਜਗ੍ਹਾ 'ਚ ਪੰਜਾਬ ਦੇ ਵਿੱਚ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ। ਡੀਸੀ ਦਫ਼ਤਰ ਨੂੰ ਜੋ ਵੀ ਡੀਸੀ ਸਾਹਿਬ ਨੂੰ ਮੰਗ ਪੱਤਰ ਆ ਉਹ ਵੀ ਦੇਣੇ, ਅਸੀਂ ਆਪਣੇ ਰੋਸ ਪ੍ਰਦਰਸ਼ਨ ਦਰਜ ਕਰਾਵਾਂਗੇ ਆਪਣੇ। ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਭਾਜਪਾ ਦੇ ਉੱਤੇ ਵਰਤੇ ਨਜ਼ਰ ਆਏ ਨੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਹੈ ਉਦੋਂ ਤੋਂ ਹੀ ਕਦੇ ਇਹਨਾਂ ਨੂੰ ਮਾਓਵਾਦੀਆਂ ਦੇ ਨਾਲ ਜੋੜਿਆ ਜਾਂਦਾ ਹੈ, ਕਦੇ ਖਾਲਿਸਤਾਨੀਆਂ ਦੇ ਨਾਲ ਜੋੜਿਆ ਜਾਂਦਾ ਹੈ ਤੇ ਕਦੇ ਹੋਰ ਮੁਲਕਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਅਤੇ ਚੀਨ ਆ ਜਾਂਦੇ ਉਹਨਾਂ ਦੇ ਨਾਮ ਇਹਨਾਂ ਕਿਸਾਨ ਅੰਦੋਲਨਾਂ ਦੇ ਨਾਲ ਜੋੜੇ ਜਾਂਦੇ ਨੇ। ਉਹ ਹਰ ਕਿਸੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਭਾਜਪਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਹੋਰ ਕੀ ਕੁਝ ਕਹਿਣਾ ਸੁਖਬੀਰ ਬਾਦਲ ਦਾ, ਸੁਣਦੇ ਹਾਂ। ਸੈਂਟਰ ਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਲੱਗ ਗਈ ਹੈ। ਸੈਂਟਰ ਦੀ ਸਰਕਾਰ ਇਹ ਸੰਘਰਸ਼ ਨੂੰ ਅੱਤਵਾਦੀ ਦਾ ਨਾਂ, ਵੱਖਵਾਦੀ ਦਾ ਨਾਂ, ਖਾਲਿਸਤਾਨੀ ਦਾ ਨਾਂ, ਵੱਖ-ਵੱਖ ਪਾਰਟੀਆਂ ਦਾ ਨਾਂ ਦੇਣਾ ਸ਼ੁਰੂ ਕਰ ਦਿੱਤਾ। ਅਫਸੋਸ ਇਸ ਗੱਲ ਦਾ ਕਿ ਜਿਹੜੀ ਸੈਂਟਰ ਦੀ ਸਰਕਾਰ ਸੋਚਦੀ ਹੈ ਕਿ ਜੋ ਵੀ ਸੈਂਟਰ ਦੀ ਸਰਕਾਰ ਦੇ ਆਵਾਜ਼ ਨਾਲ ਸਹਿਮਤ ਨਹੀਂ ਹੈ ਉਸ ਨੂੰ ਸੈਂਟਰ ਦੀ ਸਰਕਾਰ ਵੱਖਵਾਦੀ ਕਹਿੰਦੀ ਹੈ, ਦੇਸ਼ ਵਿਰੋਧੀ ਕਹਿੰਦੀ ਹੈ। ਮੈਂ ਸੈਂਟਰ ਦੀ ਸਰਕਾਰ ਨੂੰ ਦੱਸਣਾ ਚਾਹਣਾ ਆ ਜਿਹੜੇ ਕਿਸਾਨ ਬੈਠੇ ਹੈ ਇਹਨਾਂ ਦਾ ਕਿਸੇ ਧਰਮ ਨਾਲ ਸੰਬੰਧ ਨਹੀਂ, ਇਹਨਾਂ ਦਾ ਕਿਸੇ ਪਾਤ ਨਾਲ, ਆਪਣੇ ਮਜ਼ਹਬ ਨਾਲ ਸੰਬੰਧ ਨਹੀਂ। ਇਹਨਾਂ ਸਾਰੇ ਅੰਨਦਾਤਾ ਹੈ, ਦੇਸ਼ ਨੂੰ ਅੰਨ ਦੇਣ ਵਾਲੇ ਹੈ। ਆ ਉਹ ਲੋਕ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਕੀਤੀ ਹੈ, ਜਿਨ੍ਹਾਂ ਦੇ ਬੱਚਿਆਂ ਨੇ ਦੇਸ਼ ਦੀ ਰੱਖਿਆ ਕੀਤੀ ਹੈ। ਮੈਂ ਲੱਗਦਾ ਸੈਂਟਰ ਦੀ ਸਰਕਾਰ ਨੂੰ ਤੇ ਜਿਹੜੇ ਮੰਤਰੀਆਂ ਨੇ ਬਿਆਨ ਦਿੱਤੇ ਇਹਨਾਂ ਦੇ ਖਿਲਾਫ, ਉਹਨਾਂ ਨੂੰ ਪਬਲਿਕਲੀ ਮਾਫੀ ਮੰਗਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਰਵੱਈਆ ਸੈਂਟਰ ਦਾ ਸਰਕਾਰ ਦਾ ਹੈ, ਜੋ ਬਿਆਨ ਸੈਂਟਰ ਦੀ ਸਰਕਾਰ ਦੇ ਰਹੀ ਹੈ ਇਹਨਾਂ ਯੋਧਿਆਂ ਦੇ ਖਿਲਾਫ, ਪਰਿਵਾਰਾਂ ਦੇ ਖਿਲਾਫ, ਜਿਨ੍ਹਾਂ ਨੇ ਆਪਣੇ ਕਈ ਲੋਕ ਜਿਨ੍ਹਾਂ ਦੇ ਆਪਣੇ ਸ਼ਹੀਦ ਵੀ ਹੋ ਗਏ ਹੈ। ਕੱਲਾ ਇੱਕ ਛੋਟੀ ਚੀਜ਼ ਚਾਹੁੰਦੇ ਹੈ ਕਿ ਉਹ ਕਾਨੂੰਨ ਸਾਡੇ ਤੇ ਨਾ ਲਾਗੂ ਹੋਣ। ਉਧਰ ਜੇ ਗੱਲ ਯੂਪੀ ਦੀ ਕਰੀਏ ਤਾਂ ਯੂਪੀ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਇਸ ਐਲਾਨ ਦਾ ਅਸਰ ਵੇਖਣ ਨੂੰ ਮਿਲਿਆ। ਯੂਪੀ ਦੇ ਵਿੱਚ 5 ਘੰਟੇ ਦੇ ਕਰੀਬ ਕਿਸਾਨਾਂ ਦੇ ਵੱਲੋਂ ਟੋਲ ਬੈਰੀਅਰ ਮੁਫਤ ਕਰਵਾ ਦਿੱਤੇ ਗਏ ਸੀ। ਟੋਲ ਬੈਰੀਅਰ ਦੇ ਉੱਤੇ ਪਹੁੰਚ ਗਈਆਂ ਸੀ ਕਿਸਾਨ ਜਥੇਬੰਦੀਆਂ। ਹਾਲਾਂਕਿ ਇਸ ਦਰਮਿਆਨ ਪੁਲਿਸ ਅਤੇ ਕਿਸਾਨਾਂ ਦੇ ਦਰਮਿਆਨ ਹਲਕੀ ਝੜਪ ਵੀ ਵੇਖਣ ਨੂੰ ਮਿਲੀ ਹੈ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਸਾਨਾਂ ਨੇ ਫਿਰ ਵੀ 5 ਘੰਟੇ तक यूपी ਦੇ ਵਿੱਚ टोल प्लाजिया ਨੂੰ ਬੰਦ करवा के रखा। वो उन्होंने अपना जो है ज्ञापन दिया है और जो है उनका वही है कृषि कानूनों के विरोध में अपना जो है किसानों ने किया था और शांतिपूर्वक धरना चला, पूरा फोर्स वगैरह सबकी व्यवस्था बनी रही, कोई दिक्कत नहीं। और उसके बाद उनके ज्ञापन देने के बाद उन्होंने अपना धरना समाप्त कर दिया। नहीं, टोल फ्री रोहाना टोल फ्री करा, रोहाना टोल फ्री करा। वजह यह है कि भारतीय किसान यूनियन भानु के प्रदेश संगठन मंत्री हैं, राष्ट्रीय अध्यक्ष का आदेश है कि किसानों की आवाज़ सरकार तक पहुँचे, इसलिए जो है टोल पे धरना है। टोल पे धरना कब तक आप लोगों का धरना जारी रहेगा? हमारा धरना आज का टोल का धरना है हमारा 14 तारीख का जो है प्रदेश में, सारे देश में सब किसान जो है चक्का जाम करेंगे, रेलवे लाइन जाम करेंगे। पंजाब इस वेले दे विच फिलहाल के लिए नहीं, फिर मुड़ हाजिर होवांगे नवीं ते ताज़ा अपडेट्स दे नाल। तद तक लई मैनूं दिओ इजाज़त, धन्नवाद।